ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੱਜ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲੇ ਕਰਨ ਦਾ ਯਤਨ ਕਰ ਰਹੇ ਹੋ। ਆਓ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 62 ਦੇ ਥੱਲੇ ਤੋਂ ਆਰੰਭਤਾ ਹੋ ਰਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ 15ਵੀਂ ਅਸ਼ਟਪਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪਹਿਲਾ। ਚਿੱਤੇ ਦਿਸਹਿ ਧੌਲਹਰ, ਬੱਗੇ ਬੰਕ ਦੁਆਰ। ਚਿੱਤੇ ਤੋਂ ਭਾਵ ਚਿੱਤਰੇ ਹੋਏ, ਜਿਨ੍ਹਾਂ ਦੇ ਉੱਤੇ ਫੁੱਲ ਬੂਟੀਆਂ ਆਦਿਕ ਜਿਹੜੀਆਂ ਨੇ ਉਹ ਬਣਾਏ ਹੋਣ, ਚਿੱਤਰੇ ਹੋਏ ਹੋਣ, ਜਿਨ੍ਹਾਂ 'ਤੇ ਚਿੱਤਰ ਬਣਾਏ ਹੋਣ ਜਾਂ ਪੇਂਟ ਕੀਤੇ ਹੋਏ ਹੋਣ। ਧੌਲਹਰ ਤੋਂ ਭਾਵ ਮਹਿਲ ਮਾੜੀਆਂ, ਮਹਿਲ ਆਦਿ। ਬੱਗੇ ਤੋਂ ਭਾਵ ਚਿੱਟੇ, ਬੰਕ ਤੋਂ ਭਾਵ ਬਾਂਕੇ, ਸੋਹਣੇ। ਪਾਤਸ਼ਾਹ ਜੀ ਆਖਣ ਲੱਗੇ ਕਿ ਹੇ ਮਨ, ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਿਲ ਮਾੜੀਆਂ ਸੁੰਦਰ ਦਿਸਦੇ ਹਨ, ਬੜੇ ਸੋਹਣੇ ਦਿਸਦੇ ਨੇ, ਅਤੇ ਉਹਨਾਂ ਦੇ ਚਿੱਟੇ ਬਾਂਕੇ ਦਰਵਾਜ਼ੇ ਹੁੰਦੇ ਨੇ ਕਿ ਚਿੱਟੇ ਉਹਨਾਂ ਨੂੰ ਜਿਹੜੇ ਹਨ ਦਰਵਾਜ਼ੇ ਲਗਾਏ ਹੋਏ ਹੋਣ। ਅਤੇ ਅੱਗੇ ਰਹਿਮਤ ਕਰਦੇ ਹਨ, ਕਰ ਮਨ ਖੁਸ਼ੀ ਉਸਾਰਿਆ, ਦੂਜੈ ਹੇਤ ਪਿਆਰ। ਕਿ ਜਿਹੜੇ ਸੋਹਣੇ ਮਹਿਲ ਮਾੜੀਆਂ ਘਰ ਆਦਿ ਜਿਹੜੇ ਸਜਾਏ ਹੋਣ, ਬੜਾ ਸੋਹਣਾ ਪੇਂਟ ਰੰਗ ਕੀਤਾ ਹੋਵੇ, ਬੜੇ ਸੋਹਣੇ ਦਰਵਾਜ਼ੇ ਲੱਗੇ ਹੋਣ, ਬਹੁਤ ਸੋਹਣਾ ਕਾਰਜ ਕੀਤਾ ਹੋਵੇ। ਆਖਣ ਲੱਗੇ ਪਰ ਜੇ ਉਹ ਅੰਦਰੋਂ ਖਾਲੀ ਰਹਿਣ, ਜੇ ਅੰਦਰ ਕੋਈ ਨਾ ਰਹਿੰਦਾ ਹੋਵੇ, ਦਰਵਾਜ਼ੇ ਉਹਨਾਂ ਦੇ ਬੰਦ ਹੋਣ, ਅਤੇ ਉਹ ਬਹੁਤ ਛੇਤੀ ਜਿਹੜੇ ਹੈ ਉਹ ਢਹਿ ਢੇਰੀ ਹੋ ਜਾਂਦੇ ਹੈ। ਜੇ ਉਹਨਾਂ ਦੀ ਸਾਂਭ ਸੰਭਾਲ ਨਾ ਹੋਏ, ਉਹ ਬਹੁਤ ਛੇਤੀ ਜਿਹੜੇ ਨੇ ਸਮੇਂ ਤੋਂ ਪਹਿਲਾਂ ਹੈ ਜਿਹੜਾ ਉਹ ਡਿੱਗ ਪੈਂਦੇ ਨੇ। ਉਹ ਸਹਿਜੇ ਹੈ ਕਿ ਉੱਥੇ ਸਫਾਈ ਨਾ ਹੋਏਗੀ, ਜੀਵ ਜੰਤੂ ਵੀ ਆ ਜਾਣਗੇ, ਪਾਣੀ ਹੈ ਜਿਹੜਾ ਉਹਦੀ ਵੀ ਠੀਕ ਸੰਭਾਲ ਨਹੀਂ ਹੋਏਗੀ, ਅੰਦਰ ਹਵਾ ਨਾ ਲੱਗਣ ਕਰਕੇ ਅੰਦਰੋਂ ਵੀ ਉਹ ਛੇਤੀ ਜਿਹੜਾ ਹੈ ਉਹ ਖਰਾਬ ਹੋ ਜਾਂਦੇ ਨੇ। ਆਖਣ ਲੱਗੇ ਕਿ ਅੰਦਰੋਂ ਰਹਿਣ ਕਰਕੇ ਫਿਰ ਉਹ ਖਾਲੀ ਜਿਹੜੇ ਹਨ ਉਹ ਰਹਿਣ ਕਰਕੇ ਛੇਤੀ ਜਿਹੜੇ ਹਨ ਉਹਨਾਂ ਦਾ ਅੰਤ ਸਮਾਂ ਨੇੜੇ ਆ ਜਾਂਦਾ ਹੈ। ਅਤੇ ਇਸੇ ਤਰ੍ਹਾਂ ਹੀ ਮਾਇਆ ਦੇ ਮੋਹ ਵਿੱਚ, ਪਿਆਰ ਵਿੱਚ ਇਹ ਸਰੀਰ ਫਿਰ ਪਾਲੀਦਾ ਹੈ ਕਿ ਸਿਰਫ ਬਾਹਰੋਂ ਇਹਨੂੰ ਸਵਾਰਦੇ ਹਾਂ, ਸਰੀਰ ਨੂੰ ਸੋਹਣਾ ਕਰਦੇ ਹਾਂ। ਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਜੇਕਰ ਉਹ ਅੰਦਰੋਂ ਸੱਖਣਾ ਹੈ, ਤਾਂ ਪਾਤਸ਼ਾਹ ਜੀ ਆਖਣ ਲੱਗੇ ਫਿਰ ਇਹ ਵੀ ਛੇਤੀ ਜਿਹੜਾ ਹੈ ਢਹਿ ਢੇਰੀ ਹੋ ਜਾਂਦਾ ਹੈ। ਅੰਦਰ ਖਾਲੀ ਪ੍ਰੇਮ ਬਿਨਾ, ਢਹਿ ਢੇਰੀ ਤਨ ਛਾਰ। ਕਿ ਖੁਸ਼ੀ ਦੇ ਨਾਲ ਫਿਰ ਜਿਹੜਾ ਇਹ ਉਸਾਰਿਆ ਹੋਇਆ ਮਹਿਲ ਹੈ, ਸਰੀਰ ਹੈ ਜਿਹੜਾ, ਇਸ ਨੂੰ ਬੜੀ ਖੁਸ਼ੀ ਦੇ ਨਾਲ, ਚਾਉ ਦੇ ਨਾਲ ਪਾਲੀਦਾ ਹੈ। ਦੂਜਾ ਹੇਤ ਪਿਆਰ, ਜੇਕਰ ਮਾਲਕ ਦੇ ਨਾਮ ਨੂੰ ਛੱਡ ਕੇ ਮਾਇਆ ਦੇ ਵਿੱਚ ਲੱਗ ਜਾਈਏ, ਵਿਕਾਰਾਂ ਦੇ ਵੱਲ ਲੱਗੇ ਰਹੀਏ, ਸਿਰਫ ਬਾਹਰੋਂ ਹੀ ਆਪਣੇ ਆਪ ਨੂੰ ਸੋਹਣਾ ਬਣਾਈਏ, ਅੰਦਰ ਵਾਸਤੇ ਕੁਝ ਨਾ ਕਰੀਏ, ਅਤੇ ਪਾਤਸ਼ਾਹ ਜੀ ਆਖਣ ਲੱਗੇ ਕਿ ਅੰਦਰ ਖਾਲੀ ਪ੍ਰੇਮ ਬਿਨ, ਅੰਦਰ ਪ੍ਰੇਮ ਹੋਵੇ ਨਾ, ਅੰਦਰ ਨਾਮ ਜੁੜਿਆ ਹੀ ਨਾ ਹੋਏ, ਅੰਦਰ ਮੈਲ ਭਰੀ ਹੋਏ, ਬਾਹਰੋਂ ਆਪਣੇ ਆਪ ਨੂੰ ਬੜਾ ਸੋਹਣਾ ਕਰਨ ਦੇ ਵਾਸਤੇ ਤੂੰ ਵੱਖ-ਵੱਖ ਪਦਾਰਥ ਵਰਤੇ, ਵੱਖ-ਵੱਖ ਮਹਿੰਗੇ ਤੋਂ ਮਹਿੰਗਾ ਹੈ ਜਿਹੜਾ ਤੂੰ ਤਨ ਦੇ ਉੱਤੇ ਜਿਹੜਾ ਹੈ ਉਹ ਕੱਪੜਾ ਵੀ ਪਹਿਨੇ,
ਇਤਿਆਦਕ ਹੈ ਜਿਹੜਾ ਤੂੰ ਸਮਾਜ ਦੇ ਵਿੱਚ ਸੋਹਣਾ ਲੱਗਣ ਦੇ ਲਈ ਇੱਕ ਤੋਂ ਇੱਕ ਕਾਰਜ ਕਰੇ, ਪਰ ਜੇ ਅੰਦਰ ਨਾਮ ਨਹੀਂ ਹੈ ਤੇ ਪਾਤਸ਼ਾਹ ਜੀ ਆਖਣ ਲੱਗਾ ਢਹਿ ਢੇਰੀ ਤਨ ਛਾਰ। ਛਾਰ ਤੋਂ ਭਾਵ ਜੀ ਮਿੱਟੀ, ਸਵਾ। ਕਿ ਇਸੇ ਤਰ੍ਹਾਂ ਫਿਰ ਇਹ ਸਰੀਰ ਜਿਹੜਾ ਹੈ ਨਾਮ ਤੋਂ ਬਿਨਾਂ ਢਹਿ ਢੇਰੀ ਹੋ ਜਾਂਦਾ ਹੈ ਤੇ ਸਵਾਹ ਹੋ ਜਾਂਦਾ, ਵਿਅਰਥ ਹੋ ਜਾਂਦਾ, ਮਿੱਟੀ ਹੋ ਜਾਂਦਾ ਜੇਕਰ ਅੰਦਰ ਨਹੀਂ ਹੈ। ਭਾਈ ਰੇ ਤਨ ਤਨ ਸਾਥ ਨ ਹੋਏ, ਕਿਹੇ ਭਾਈ ਤਨ ਅਤੇ ਧਨ, ਕਿ ਨਾ ਤਾਂ ਇਹ ਧਨ ਜਗਤ ਤੋਂ ਚੱਲਣ ਵੇਲੇ ਤੇ ਨਾ ਹੀ ਇਹ ਤਨ ਸਰੀਰ ਇਹ ਇਸ ਸੰਸਾਰ ਤੋਂ ਚੱਲਣ ਵੇਲੇ ਨਾਲ ਨਹੀਂ ਨਿਭਦਾ, ਇਹ ਇੱਥੇ ਰਹਿ ਜਾਂਦਾ ਹੈ, ਇਹ ਨਾਲ ਨਹੀਂ ਜਾਂਦਾ, ਨਾ ਧਨ ਜਾਂਦਾ ਹੈ ਤੇ ਨਾ ਤਨ ਜਾਂਦਾ ਹੈ। ਕਰਮਾਂ ਦੀ ਜਿਹੜੀ ਖੇਡ ਹੈ ਉਹ ਪੂਰਨ ਹੋ ਜਾਂਦੀ ਹੈ। ਰਾਮ ਨਾਮ ਧਨ ਨਿਰਮਲੋ, ਗੁਰ ਦਾਤ ਕਰੇ ਪ੍ਰਭ ਸੋਏ ਰਹਾਓ। ਪਾਤਸ਼ਾਹ ਜੀ ਆਖਣ ਲੱਗੇ ਇੱਕ ਹੀ ਚੀਜ਼ ਹੈ ਨਾਲ ਨਿਭਣ ਵਾਲੀ, ਕੀ ਹੈ? ਰਾਮ ਨਾਮ ਧਨ ਨਿਰਮਲੋ। ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਜਿਹੜਾ ਉਹ ਹੀ ਪਵਿੱਤਰ ਹੈ, ਉਹੀ ਸ਼ੁੱਧ ਹੈ, ਜਿਹਦੇ ਵਿੱਚ ਕੋਈ ਉਕਾਈ ਨਹੀਂ ਹੈ। ਅਤੇ ਇਹ ਮਿਲਦਾ ਕਿੱਥੋਂ ਹੈ? ਗੁਰ ਦਾਤ ਕਰੇ ਪ੍ਰਭ ਸੋਏ, ਜਿਸ ਨੂੰ ਫਿਰ ਇਹ ਗੁਰੂ ਦਿੰਦਾ ਹੈ, ਜਿਸ ਨੂੰ ਇਹ ਗੁਰੂ ਨਾਮ ਦੀ ਦਾਤ ਬਖਸ਼ਦਾ ਹੈ, ਜਿਸ ਨੂੰ ਉਹ ਪਰਮਾਤਮਾ ਫਿਰ ਇਹ ਦਾਤ ਕਰਦਾ ਹੈ। ਭਾਵ ਗੁਰੂ ਪਰਮਾਤਮਾ ਦੇ ਕੋਲੋਂ ਹੀ ਇਹ ਨਾਮ ਦੀ ਦਾਤ ਮਿਲਦੀ ਹੈ। ਰਾਮ ਨਾਮ ਧਨ ਨਿਰਮਲੋ, ਜੇ ਦੇਵੈ ਦੇਵਨਹਾਰ। ਸਤਿਗੁਰੂ ਜੀ ਆਖਣ ਲੱਗੇ ਕਿ ਇਹ ਮਾਲਕ ਦਾ ਨਾਮ ਹੈ ਜਿਹੜਾ ਬਹੁਤ ਪਵਿੱਤਰ ਹੈ, ਜਿਹੜਾ ਬਹੁਤ ਨਿਰਮਲ ਹੈ। ਇਹ ਉਦੋਂ ਹੀ ਮਿਲਦਾ ਹੈ ਜੇ ਦੇਵੈ ਦੇਵਨਹਾਰ, ਦੇਣ ਵਾਲਾ ਜੇ ਇਹ ਨਾਮ ਦੀ ਦਾਤ ਦੇਵੇ ਤਾਂ ਹੀ ਇਹ ਨਾਮ ਦੀ ਦਾਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਆਗੇ ਪੂਛ ਨ ਹੋਵਈ, ਜਿਸ ਬੇਲੀ ਗੁਰ ਕਰਤਾਰ। ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਨਾਮ ਧਨ ਹਾਸਲ ਕਰਨ ਵਿੱਚ ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਗੁਰ ਕਰਤਾਰ। ਬੇਲੀ ਤੋਂ ਭਾਵ ਸਾਥੀ, ਕਿ ਜਿਹਦਾ ਸਾਥੀ ਉਹ ਬਣੇ, ਸਹਾਈ ਉਹ ਹੋਵੇ। ਫਿਰ ਆਗੇ ਪੂਛ ਨਾ ਹੋਵਈ, ਉਸ ਤੋਂ ਅੱਗੇ ਫਿਰ ਲੋਕ ਪਰਲੋਕ ਵਿੱਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ। ਭਾਵ ਕਿ ਫਿਰ ਉਹਦਾ ਸਦਾ ਹੀ ਮਾਨ ਇੱਜ਼ਤ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ। ਕਿ ਅੱਜ ਦੇ ਸਮੇਂ ਅੰਦਰ ਜਿਹੜਾ ਹੁਣ ਵੀ ਮਾਲਕ ਕੋਲੋਂ ਗੁਰੂ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰੇਗਾ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੋਈ ਵੀ ਵਿਕਾਰ ਆਦਿ ਜਿਹੜਾ ਹੈ ਉਹਦੇ ਰਾਹ ਵਿੱਚ ਅੜਿੱਕਾ ਨਹੀਂ ਬਣੇਗਾ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਸਦਾ ਹੀ ਆਨੰਦ ਭਰਿਆ ਜੀਵਨ ਜਿਹੜਾ ਹੈ ਉਹ ਜੀਵੇਗਾ। ਆਪ ਛਡਾਏ ਛੁੱਟੀਐ, ਆਪੇ ਬਖਸ਼ਨਹਾਰ। ਪਾਤਸ਼ਾਹ ਜੀ ਆਖਣ ਲੱਗੇ ਕਿ ਜੇ ਇਹ ਮਾਇਆ ਦੇ ਮੋਹ ਤੋਂ ਮਾਲਕ ਪ੍ਰਭੂ ਆਪ ਹੀ ਬਚਾਏ ਤਾਂ ਹੀ ਬਚ ਸਕੀਦਾ ਹੈ। ਕਿ ਜੇ ਉਹ ਮਿਹਰ ਕਰੇ ਤਾਂ ਬਚਿਆ ਜਾ ਸਕਦਾ ਹੈ, ਨਹੀਂ ਤੇ ਸਾਡੇ ਕੋਲ ਕੋਈ ਤਾਕਤ ਨਹੀਂ ਹੈ ਕਿ ਅਸੀਂ ਵਿਕਾਰਾਂ ਤੋਂ ਬਚ ਸਕੀਏ। ਪ੍ਰਭੂ ਆਪ ਹੀ ਇਹ ਬਖਸ਼ਿਸ਼ ਕਰਨ ਵਾਲਾ, ਆਪ ਹੀ ਇਹ ਰਹਿਮਤ ਕਰਦਾ ਹੈ, ਜਿਸ ਸਦਕਾ ਵਿਕਾਰਾਂ ਤੋਂ ਬਚ ਸਕੀਦਾ ਹੈ, ਖਲਾਸੀ ਜਿਹੜੀ ਉਹ ਹੋ ਜਾਂਦੀ ਹੈ।
ਮਨ ਮੁਖ ਜਾਣੈ ਆਪਣੇ, ਧੀਆਂ ਪੂਤ ਸੰਜੋਗ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਮਾਲਕ ਦੀ ਰਜ਼ਾ ਅਨੁਸਾਰ ਜਗਤ ਵਿੱਚ ਧੀਆਂ ਪੁੱਤਰਾਂ ਦਾ ਮੇਲ ਆ ਬਣਦਾ ਹੈ ਅਤੇ ਮਨਮੁਖ ਜਾਣੈ ਆਪਣੇ। ਪਰ ਜਿਹੜਾ ਮਨੁੱਖ ਆਪਣੇ ਮਨ ਪਿੱਛੇ ਤੁਰਦਾ ਹੈ, ਮਨ ਪਿੱਛੇ ਤੁਰਨ ਵਾਲਾ ਹੈ, ਇਹਨੂੰ ਆਪਣੇ ਸਮਝ ਲੈਂਦਾ ਹੈ ਕਿ ਇਹ ਮੇਰੇ ਨੇ, ਮੇਰੇ ਨਾਲ ਹੀ ਨਿਭਣਗੇ, ਕਿ ਇਹ ਤਾਂ ਉਸ ਮਾਲਕ ਦੀ ਰਜ਼ਾ ਹੈ, ਮਾਲਕ ਦਾ ਹੁਕਮ ਹੈ, ਉਹਦੇ ਅਨੁਸਾਰ ਜਿਹੜੇ ਨੇ ਧੀਆਂ ਪੁੱਤਰ ਨੇ ਉਹ ਸਭ ਕੋਲੇ ਹੁੰਦੇ ਨੇ। ਅਤੇ ਜਿਹੜਾ ਮਨੁੱਖ ਫਿਰ ਇਹ ਕਹਿੰਦਾ ਕਿ ਸਿਰਫ ਮੇਰੇ ਹੀ ਹੈ, ਮੇਰੇ ਹੀ ਹੈ, ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਮਨਮੁਖ ਦੀ ਜਿਹੜੀ ਬੁੱਧੀ ਹੈ, ਗੁਰਮੁਖ ਹੈ, ਉਹ ਆਖੇਗਾ ਕਿ ਮਾਲਕ ਦੇ ਹੈ, ਮਨਮੁਖ ਆਖੇਗਾ ਕਿ ਇਹ ਮੇਰੇ ਹਨ ਅਤੇ ਇਹਨਾਂ ਨੂੰ ਆਪਣੇ ਹੀ ਫਿਰ ਉਹ ਸਮਝਦਾ ਹੈ। ਨਾਰੀ ਦੇਖ ਵਿਗਾਸੀਐ, ਨਾਲੇ ਹਰਖ ਸੋ ਸੋਗ। ਹਰਖ ਦਾ ਅਰਥ ਕੀ ਹੈ ਜੀ? ਹਾਂਜੀ, ਨਹੀਂ, ਹਰਖ ਦਾ ਭਾਵ ਖੁਸ਼ੀ ਹੈ। ਅਸੀਂ ਆਮ ਭਾਸ਼ਾ ਦੇ ਵਿੱਚ ਹਰਖ ਨੂੰ ਆਖਦੇ ਕਿ ਬੜਾ ਹਰਖ ਚੜ੍ਹਿਆ, ਗੁੱਸਾ ਚੜ੍ਹਿਆ। ਗੁਰਬਾਣੀ ਦੇ ਅੰਦਰ ਹਰਖ ਸ਼ਬਦ ਹੈ ਜਿਹੜਾ ਉਹ ਖੁਸ਼ੀ ਦੇ ਲਈ ਵਰਤਿਆ ਗਿਆ ਹੈ। ਅਤੇ ਅੱਗੇ ਸ਼ਬਦ ਹੈ ਸੋਗ। ਸੋਗ ਦਾ ਅਰਥ ਹੈ ਚਿੰਤਾ, ਸਹਿਮ। ਹਾਂਜੀ, ਖਿਆਲ ਰੱਖਣਾ ਹੈ, ਹਰਖ ਸ਼ਬਦ ਗੁਰਬਾਣੀ ਦੇ ਅੰਦਰ ਖੁਸ਼ੀ ਦੇ ਲਈ ਵਰਤਿਆ ਗਿਆ ਹੈ। ਇਸ ਕਰਕੇ ਪਾਤਸ਼ਾਹ ਜੀ ਆਖ ਰਹੇ ਨਾਰੀ ਦੇਖ ਵਿਗਾਸੀਆਂ, ਕਿ ਫਿਰ ਮਨਮੁਖ ਬੰਦੇ ਆਪੋ ਆਪਣੀ ਇਸਤਰੀ ਨੂੰ ਵੇਖ ਕੇ, ਆਪਣੇ ਪਰਿਵਾਰ ਨੂੰ ਦੇਖ ਕੇ ਬੜਾ ਖੁਸ਼ ਹੁੰਦੇ ਹੈ, ਬਹੁਤ ਖੁਸ਼ ਹੁੰਦੇ ਨੇ ਵੇਖ ਕੇ। ਖੁਸ਼ੀ ਵੀ ਹੁੰਦੀ ਹੈ ਅਤੇ ਸਹਿਮ ਵੀ ਹੁੰਦਾ ਹੈ ਕਿ ਵੇਖਦਾ ਹੈ ਪਰਿਵਾਰ ਨੂੰ, ਪੁੱਤਰ ਨੂੰ, ਧੀਆਂ ਨੂੰ ਵੇਖਦਾ, ਪੁੱਤਰਾਂ ਨੂੰ ਦੇਖਦਾ ਹੈ, ਆਪਣੇ ਪਰਿਵਾਰ ਨੂੰ ਦੇਖਦਾ, ਬਹੁਤ ਖੁਸ਼ ਹੁੰਦਾ ਹੈ। ਪਰ ਨਾਲ ਫਿਰ ਸਹਿਮ ਵੀ ਹੁੰਦਾ, ਇੱਕ ਸੋਗ ਵੀ ਹੁੰਦਾ, ਸਹਿਮ ਜਿਹਾ ਬਣਿਆ ਰਹਿੰਦਾ ਜੀਵਨ ਦੇ ਵਿੱਚ ਕਿ ਜੇ ਕਿਤੇ ਇਹ ਧੀਆਂ ਪੁੱਤਰ ਇਸਤਰੀ ਕਿਤੇ ਉਹ ਮਾਰੀ ਨਾ ਜਾਣ, ਕਿਤੇ ਖਤਮ ਹੀ ਨਾ ਹੋ ਜਾਣ। ਸਹਿਮ ਵੀ ਬਣਿਆ ਰਹਿੰਦਾ ਨਾਲ ਦੀ ਨਾਲ ਜੀਵਨ ਦੇ ਵਿੱਚ ਕਿ ਫਿਰ ਦੋਵੇਂ ਪਾਸੇ ਹੈ ਜਿਹੜੀ ਉਹ ਖੁਸ਼ੀ ਅਤੇ ਗਮ ਹੈ ਉਹ ਬਣਿਆ ਰਹਿੰਦਾ ਹੈ ਮਨਮੁਖ ਦੇ ਜੀਵਨ ਅੰਦਰ। ਗੁਰਮੁਖ ਸ਼ਬਦ ਰੰਗਾਵਲੇ, ਅਹਨਿਸ ਹਰ ਰਸ ਭੋਗ। ਪਾਤਸ਼ਾਹ ਜੀ ਆਖਣ ਲੱਗੇ ਕਿ ਫਿਰ ਗੁਰਮੁਖ ਨੇ ਜਿਹੜੇ ਗੁਰੂ ਦੇ ਦੱਸੇ ਰਸਤੇ ਉੱਤੇ ਚੱਲ ਰਹੇ ਨੇ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੁੰਦਾ ਹੈ, ਉਹ ਗੁਰੂ ਦੇ ਦੱਸੇ ਰਸਤੇ 'ਤੇ ਚੱਲਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਆਤਮਿਕ ਰੰਗ ਜਿਹੜਾ ਹੈ ਉਹ ਮਾਣਦੇ ਨੇ, ਹਮੇਸ਼ਾ ਹੀ ਆਤਮਿਕ ਆਨੰਦ ਵਿੱਚ ਰਹਿੰਦੇ ਨੇ। ਪਰਮਾਤਮਾ ਦਾ ਨਾਮ ਹੀ ਨਾਮ ਰਸ ਦਿਨ ਰਾਤ ਉਹਨਾਂ ਦੀ ਆਤਮਿਕ ਖੁਰਾਕ ਫਿਰ ਬਣਿਆ ਰਹਿੰਦਾ ਹੈ। ਸਹਿਜੇ ਹੈ ਕਿ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜੇਗਾ, ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਸਾਏਗਾ, ਉਹਨੂੰ ਸੋਝੀ ਹੋ ਜਾਏਗੀ ਕਿ ਹਰ ਇੱਕ ਮਨੁੱਖ ਆਪੋ ਆਪਣੇ ਕਰਮ ਕੀਤੇ ਕਰਦਾ ਹੈ ਅਤੇ ਕਰਕੇ ਅੱਗੇ ਚੱਲਦਾ ਹੈ। ਅਤੇ ਨਾਨਕ ਹੁਕਮੀ ਆਵੋ ਜਾਹੋ, ਹੁਕਮ ਦੇ ਅਨੁਸਾਰ ਹੀ ਸਰੀਰ ਬਣਦੇ ਜਾ ਰਹੇ ਨੇ ਅਤੇ ਹੁਕਮ ਦੇ ਅਨੁਸਾਰ ਹੀ ਵਿਣਸਦੇ ਜਾ ਰਹੇ ਨੇ। ਇਸ ਕਰਕੇ ਕਦੇ ਵੀ ਜਿਹੜੇ ਕਰਮ ਮਨੁੱਖ ਆਪ ਕਰਦਾ ਹੈ ਉਹਨੂੰ ਆਪ ਹੀ ਭੁਗਤਣੇ ਪੈਂਦੇ ਨੇ, ਉਹ ਕੋਈ ਵੀ ਹੋਵੇ। ਇਸੇ ਕਰਕੇ ਪਰ ਮਨਮੁੱਖ ਦੇ ਮਨ ਵਿੱਚ ਇਹ ਗੱਲ ਸਮਝ ਨਹੀਂ ਆਉਂਦੀ। ਉਹ ਹਮੇਸ਼ਾ ਹੀ ਜਿਹੜਾ ਹੈ ਦੁਨਿਆਵੀ ਵਸਤਾਂ ਭੋਗਾਂ ਦੇ ਵਿੱਚ ਪਿਆ ਰਹਿੰਦਾ ਹੈ, ਉਹਨਾਂ ਦੇ ਵਿੱਚ ਹੀ ਖਚਤ ਰਹਿੰਦਾ ਹੈ।
ਚਿਤ ਚੱਲੈ ਵਿਤ ਜਾਵਣੋ ਸਾਕਤ ਡੋਲ ਡੋਲਾਏ। ਪਾਤਸ਼ਾਹ ਜੀ ਆਖਣ ਲੱਗੇ ਕਿ ਚਿੱਤ ਚੱਲੈ, ਚਿੱਤ ਤੋਂ ਭਾਵ ਚੱਲੈ ਤੋਂ ਭਾਵ ਡੋਲਦਾ ਹੈ, ਵਿੱਤ ਤੋਂ ਭਾਵ ਚਿੱਤ ਚੱਲੈ ਤੋਂ ਭਾਵ ਚਿੱਤ ਡੋਲਦਾ ਹੈ, ਵਿੱਤ ਜਾਵਣੋ, ਵਿੱਤ ਦਾ ਅਰਥ ਧਨ ਪਦਾਰਥ ਜੋ ਉਹਦੇ ਕੋਲ ਹੈ, ਕਿ ਜਾਵਣੋ ਕਿ ਇਹ ਜਾਣ ਵਾਲਾ, ਸਾਕਤ ਡੋਲ ਡੁਲਾਏ। ਸਾਕਤ ਫਿਰ ਜਿਹੜਾ ਮਨੁੱਖ ਹੈ ਉਹ ਡੋਲਦਾ ਰਹਿੰਦਾ ਹੈ। ਜਿਵੇਂ ਕਿ ਮਨੁੱਖ ਧਨ ਨੂੰ ਸੁੱਖ ਦਾ ਹੀ ਮੂਲ ਸਮਝਦਾ ਹੈ ਕਿ ਧਨ ਹੈ ਤੇ ਸੁੱਖ ਹੈ, ਅਤੇ ਜਦੋਂ ਧਨ ਜਾਣ ਲੱਗਦਾ ਹੈ ਤਾਂ ਸਾਕਤ ਦਾ ਮਨ ਫਿਰ ਡੋਲਦਾ ਹੈ। ਉਹ ਡੋਲਣ ਲੱਗ ਜਾਂਦਾ ਹੈ ਕਿ ਹੁਣ ਮੇਰੇ ਕੋਲ ਪਹਿਲਾਂ ਇੰਨਾ ਧਨ ਪਦਾਰਥ ਸੀ, ਹੁਣ ਚਲਾ ਗਿਆ। ਇਹ ਮਨਮੁਖ ਸਾਕਤ ਦੀ ਜਿਹੜੀ ਹੈ ਉਹ ਜੀਵਨ ਜਾਂਚ ਹੈ ਕਿ ਜੇ ਆਉਂਦਾ ਹੈ ਤੇ ਖੁਸ਼ ਹੋ ਜਾਂਦਾ, ਇਹ ਸਮਝਦਾ ਹੈ ਕਿ ਮੇਰੇ ਕੋਲ ਬੜਾ ਧਨ ਹੈ ਤੇ ਮੈਂ ਬਹੁਤ ਸੁਖੀ ਹਾਂ। ਪਰ ਕਦੇ ਵੀ ਧਨ ਪਦਾਰਥ ਦੇ ਨਾਲ, ਪੈਸਿਆਂ ਦੇ ਨਾਲ ਕੋਈ ਸੁਖੀ ਨਹੀਂ ਹੋਇਆ। ਸੁੱਖ ਦੇ ਸਾਧਨ ਜ਼ਰੂਰ ਖਰੀਦੇ ਜਾ ਸਕਦੇ ਹੈ, ਸੁੱਖ ਦੇ ਸਾਧਨ ਦੀਆਂ ਸਹੂਲਤਾਂ ਜ਼ਰੂਰ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ, ਪਰ ਅੰਦਰੋਂ ਜਿਹੜਾ ਮਨ ਹੈ ਉਹ ਕਦੇ ਵੀ ਧਨ ਪਦਾਰਥ ਨਾਲ ਸ਼ਾਂਤ ਨਹੀਂ ਹੋ ਸਕਦਾ। ਕਿ ਜਿਹੜਾ ਮਨਮੁਖ ਹੈ, ਜਿਹੜਾ ਵਿਕਾਰੀ ਮਨੁੱਖ ਹੈ, ਉਸ ਦੇ ਅੰਦਰ ਇਹ ਧਨ ਪਦਾਰਥ ਦੀ ਅੱਗ ਇਸ ਤਰ੍ਹਾਂ ਹੁੰਦੀ ਹੈ ਕਿ ਜਿੰਨੀ ਅੱਗ ਦੇ ਵਿੱਚ ਜਿੰਨੀ ਕੁ ਲੱਕੜ ਪਾਓ, ਅੱਗ ਓਨੀ ਵੱਧਦੀ ਜਾਂਦੀ ਹੈ। ਕਦੇ ਅੱਗ ਇਹ ਨਹੀਂ ਕਹਿੰਦੀ ਕਿ ਬਸ ਹੁਣ ਮੈਂ ਰੱਜ ਗਈ ਹਾਂ 5-7 ਕੁਆਂਟਲ ਲੱਕੜ ਸਾੜ ਕੇ, ਹੁਣ ਬਸ ਕਰੋ। ਤਾਂ ਜਿੰਨੀ ਪਾਈ ਜਾਓਗੇ ਉਹ ਤਾਂ ਓਨੀ ਵੱਧਦੀ ਜਾਏਗੀ। ਇਸੇ ਤਰ੍ਹਾਂ ਜਿਹੜਾ ਮਨਮੁਖ ਹੈ, ਜਿਹੜਾ ਗੁਰੂ ਦੇ ਸ਼ਬਦ ਨਾਲੋਂ ਟੁੱਟਿਆ ਹੋਇਆ ਮਨੁੱਖ ਹੈ, ਉਹ ਹਮੇਸ਼ਾ ਹੀ ਇਸੇ ਅੱਗ ਦੇ ਵਿੱਚ ਫਿਰ ਲੱਗਿਆ ਰਹਿੰਦਾ ਹੈ ਕਿ ਉਹ ਜਿਤਨਾ ਮਰਜ਼ੀ ਧਨ ਪਦਾਰਥ ਇਕੱਠਾ ਕਰ ਲਏ, ਅਜੇ ਵੀ ਆਖੇਗਾ ਕਿ ਨਹੀਂ ਥੋੜ੍ਹਾ ਹੈ, ਹੋਰ ਕਮਾ ਲਵਾਂ। ਥੋੜ੍ਹਾ ਤ੍ਰਿਸ਼ਨਾ ਹੈ ਜਿਹੜੀ ਉਹ ਹਮੇਸ਼ਾ ਹੀ ਵੱਧਦੀ ਰਹਿੰਦੀ। ਇਸੇ ਕਰਕੇ ਪਾਤਸ਼ਾਹ ਜੀ ਆਖਦੇ ਜਦੋਂ ਜਿਹੜਾ ਧਨ ਪਦਾਰਥ ਸਾਕਤ ਵਿਅਕਤੀ ਇਕੱਠਾ ਕਰਦਾ ਹੈ, ਉਹ ਜਦੋਂ ਫਿਰ ਵਿੱਤ ਜਾਵ ਨੂੰ ਜਦੋਂ ਚੱਲਣ ਲੱਗਦਾ ਹੈ ਨਾ, ਜਦੋਂ ਹੱਥ ਤੋਂ ਜਾਣ ਲੱਗਦਾ ਹੈ, ਫਿਰ ਉਹ ਡੋਲਦਾ ਹੈ। ਉਹਦੇ ਜੀਵਨ ਦੇ ਵਿੱਚ ਫਿਰ ਇੰਜ ਆਖ ਲਈਏ ਕਿ ਦੁੱਖ ਦਾ ਸਮਾਂ, ਟੈਨਸ਼ਨਾਂ ਦਾ ਸਮਾਂ ਜਿਹੜਾ ਉਹ ਬਣ ਜਾਂਦਾ ਹੈ। ਬਾਹਰ ਢੂੰਡ ਵਿਗੁਚੀਐ ਘਰ ਮਹਿ ਵਸਤ ਸੁਥਾਏ। ਵਿਗੁਚੀਆਂ ਤੋਂ ਭਾਵ ਖੁਆਰ ਹੋਈਦਾ ਹੈ। ਘਰ ਮੈਂ ਵਸਤ ਸੁਥਾਏ, ਸੋ ਥਾਏ ਭਾਵ ਥਾਂ ਸਿਰ। ਪਾਤਸ਼ਾਹ ਜੀ ਆਖਣ ਲੱਗੇ ਕਿ ਸੁੱਖ ਨੂੰ ਬਾਹਰੋਂ ਲੱਭਿਆਂ ਢੂੰਡਿਆਂ ਖੁਆਰ ਹੀ ਹੋਈਦਾ ਕਿ ਬਾਹਰੋਂ ਸੁੱਖ ਲੱਭੀਏ, ਅਤੇ ਉਹਦੇ ਨਾਲ ਕੀ ਸੁੱਖ ਲੱਭਦਾ ਨਹੀਂ ਹੈ। ਬਾਹਰੀ ਸੁੱਖ ਦੀ ਸਹੂਲਤ ਜ਼ਰੂਰ ਪ੍ਰਾਪਤ ਹੋ ਸਕਦੀ ਹੈ, ਪਰ ਸੁੱਖ ਤੇ ਅੰਦਰ ਨਾਲ ਹੈ ਨਾ। ਜਦੋਂ ਸਾਡਾ ਮਨ ਟਿਕ ਗਿਆ, ਜਦੋਂ ਸਾਡਾ ਹਿਰਦਾ ਟਿਕ ਗਿਆ, ਸ਼ਾਂਤ ਹੋ ਗਿਆ, ਅਤੇ ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁੱਖ ਦਾ ਮੂਲ ਪਰਮਾਤਮਾ ਦਾ ਨਾਮ ਧਨ ਘਰ ਵਿੱਚ ਹੀ ਹੈ, ਭਾਵ ਹਿਰਦੇ ਘਰ ਦੇ ਵਿੱਚ ਹੀ ਹੈ। ਹੁਣ ਅਸੀਂ ਦੇਖੀਏ, ਆਪਣੇ ਇਤਿਹਾਸ ਦੇ ਵੱਲ ਨਿਗਾਹ ਮਾਰੀਏ ਕਿ ਸੁਖੀ ਕੌਣ ਨੇ? ਜਿਨ੍ਹਾਂ ਦੇ ਗੁਰੂ ਦੇ ਉਹ ਸਿੱਖ ਜਿਨ੍ਹਾਂ ਦੇ ਸਰੀਰ ਦੇ ਉੱਤੇ ਕਸ਼ਟ ਆਇਆ, ਕੀ ਉਹ ਸੁਖੀ ਸਨ ਜਾਂ ਦੁਖੀ ਸਨ? ਉਹਨਾਂ ਨੇ ਹੱਸ ਕੇ ਕਬੂਲ ਕੀਤਾ ਕਿ ਕੋਈ ਗੱਲ ਨਹੀਂ, ਸਰੀਰ ਬਿਨ ਸਜਾਣ ਦਿਓ, ਪਰ ਅਸੀਂ ਗੁਰੂ ਤੋਂ ਮੁੱਖ ਨਹੀਂ ਮੋੜਨਾ। ਕਿ ਉਹ ਟਿਕੇ ਹੋਏ ਸਨ? ਟਿਕੇ ਹੋਏ ਸਨ ਅੰਦਰੋਂ ਤਾਂ ਹੀ ਸੀ ਨਾ, ਉਹਨਾਂ ਨੂੰ ਪਤਾ ਸੀ ਅੱਜ ਨਹੀਂ ਤੇ ਕੱਲ੍ਹ, ਅੱਜ ਨਹੀਂ ਤੇ ਕੱਲ੍ਹ। ਭਾਈ ਮਤੀ ਦਾਸ ਨੂੰ ਪੁੱਛਦਾ ਹੈ ਜਲਾਦ, ਆਖਦਾ ਹੈ ਕਿ 1-2 ਮਿੰਟ ਦਾ ਸਮਾਂ ਹੈ ਤੇਰੇ ਕੋਲ, ਨਹੀਂ ਤੇ ਹੁਣੇ ਲੱਕੜਾਂ ਦੇ ਵਿੱਚ ਤੈਨੂੰ ਅਸੀਂ ਬੰਨਿਆ ਹੀ ਹੋਇਆ, ਐਵੇਂ ਆਰਾ ਰੱਖ ਕੇ ਤੈਨੂੰ ਵਿਚਾਲਿਓਂ ਚੀਰ ਦੇਣਾ, ਅਤੇ ਸਮਾਂ ਹੈ ਤੇਰੇ ਕੋਲ, ਤੂੰ ਇਸਲਾਮ ਕਬੂਲ ਕਰ ਲੈ ਅਤੇ ਤੇਰੀ ਜਾਨ ਬਚ ਜੇਗੀ।
ਹੁਣ ਭਾਈ ਮਤੀ ਦਾਸ ਜੀ ਆਖਦੇ ਕਿ ਠੀਕ ਹੈ ਕਾਜੀ ਜੀ, ਜਲਾਦ ਜੀ, ਜੋ ਵੀ ਖੜੇ ਸਨ ਕੋਲ, ਕਿ ਛੱਡ ਦਿਓ, ਠੀਕ ਹੈ, ਪਰ ਇੱਕ ਗੱਲ ਹੈ, ਮੈਂ ਕਬੂਲ ਵੀ ਕਰ ਲਵਾਂਗਾ ਇਸਲਾਮ, ਪਰ ਇੱਕ ਸ਼ਰਤ ਤੀ, ਜੇ ਤੇਰਾ ਧਰਮ ਕਬੂਲ ਕਰਨ ਦੇ ਨਾਲ, ਇਸਲਾਮ ਕਬੂਲ ਕਰਨ ਦੇ ਨਾਲ ਮੈਨੂੰ ਮੌਤ ਨਹੀਂ ਆਏਗੀ, ਮੈਂ ਹੁਣੇ ਛੱਡ ਦੇਣਾ। ਹੁਣ ਇਸ ਗੱਲ ਦਾ ਜਵਾਬ ਨਹੀਂ ਸੀ ਕਿ ਮੌਤ ਸਰੀਰ ਤੇ ਸਭ ਦਾ ਹੀ ਬਿਣਸਣਾ ਹੀ ਬਿਣਸਣਾ, ਖਤਮ ਹੋਣਾ ਹੀ ਹੋਣਾ। ਤੇ ਹੁਣ ਉਦੋਂ ਫਿਰ ਆਖਦਾ ਕਾਜੀ ਕਿ ਐਸਾ ਤਾਂ ਨਹੀਂ, ਮੌਤ ਸਭ ਦੀ ਆਉਣੀ ਹੈ। ਤੇ ਫਿਰ ਭਾਈ ਸਾਹਿਬ ਆਖਦੇ ਕਿ ਜੇ ਮੌਤ ਆਉਣੀ ਹੈ, ਫਿਰ 4 ਦਿਨ ਸਰੀਰ ਨੇ ਬਾਅਦ 'ਚ ਵੀ ਬਿਣਸਣਾ, 4 ਦਿਨ ਪਹਿਲਾਂ ਵੀ ਹੈ, ਫਿਰ ਮੈਂ ਆਪਣੇ ਗੁਰੂ ਤੋਂ ਬੇਮੁਖ ਕਿਉਂ ਆਵਾਂ, ਪਿੱਛਾ ਕਿਉਂ ਕਰਾਂ ਆਪਣੇ ਗੁਰੂ ਵੱਲ, ਜਿਨ੍ਹੇ ਮੈਨੂੰ ਇਹ ਸੁਖੀ ਜੀਵਨ ਬਖਸ਼ਿਆ ਹੈ, ਆਤਮਿਕ ਆਨੰਦ ਬਖਸ਼ਿਆ, ਉਹਦੇ ਵੱਲ ਮੈਂ ਮੁੱਖ ਫੇਰਾਂ ਕਿਉਂ ਉਹਦੇ ਵੱਲੋਂ। ਇਸ ਕਰਕੇ ਮੈਨੂੰ ਇਹ ਸਰੀਰ ਦਾ ਬਿਣਸਣਾ ਕਬੂਲ ਹੈ, ਪਰ ਮੈਂ ਆਪਣੇ ਗੁਰੂ ਵੱਲੋਂ ਮੁੱਖ ਨਹੀਂ ਮੋੜਾਂਗਾ। ਇਸੇ ਕਰਕੇ ਫਿਰ ਜਿਹੜਾ ਮਨਮੁਖ ਹੈ, ਸਾਕਤ ਮਨੁੱਖ, ਉਹ ਕਦੇ ਗੱਲ ਨਹੀਂ ਸਮਝਦਾ। ਉਹ ਸਮਝਦਾ ਹੈ ਸ਼ਾਇਦ ਸਰੀਰ ਹੈ ਤੇ ਸਭ ਕੁਝ ਹੈ, ਸਰੀਰ ਤੇ ਪਤਾ ਨਹੀਂ ਕਦੋਂ ਕਿਹੜੀ ਬਿਮਾਰੀ ਦੇ ਨਾਲ ਜਿਹੜਾ ਹੈ ਇਹਨੂੰ ਲੱਗ ਜਾਣੀ ਹੈ, ਪਤਾ ਨਹੀਂ। ਮੌਤ ਨਾਲੋਂ ਵੀ ਕਈ ਮਨੁੱਖਾਂ ਦੀ ਜ਼ਿੰਦਗੀ ਜਿਹੜੀ ਉਹ ਬਦਤਰ ਹੁੰਦੀ ਹੈ, ਕਿ ਕਈ ਤਾਂ ਫਿਰ ਕਈ ਵਾਰ ਤਾਂ ਇਹ ਆਖਦੇ ਸੁਣਿਆ ਜਾਂਦਾ ਹੈ, ਚੰਗਾ ਹੋਵੇ ਜੇ ਇਹਦੇ ਸਰੀਰ ਵਿੱਚੋਂ ਜਾਨ ਨਿਕਲ ਜਾਏ, ਕਿ ਇੰਨੀ ਮਾੜੀ ਜਿਹੜੀ ਹਾਲਤ ਹੈ। ਕਹਿਣ ਤੋਂ ਭਾਵ ਹੈ ਕਿ ਇੰਨਾ ਜ਼ਿਆਦਾ ਦੁੱਖ, ਪਰ ਜੋ ਅੰਦਰੋਂ ਟਿਕਿਆ ਹੋਵੇ ਉਹ ਫਿਰ ਕਦੇ ਵੀ ਜਿਹੜਾ ਹੈ ਚੰਗੇ ਕਾਰਜ ਕਰਨ ਤੋਂ ਘਬਰਾਉਂਦਾ ਨਹੀਂ ਹੈ, ਕਿ ਮਾਲਕ ਦੇ ਨਾਮ ਧਨ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ। ਮਨਮੁਖ ਹਉਮੈ ਕਰ ਮੁਸੀ, ਗੁਰਮੁਖ ਪੱਲੇ ਪਾਏ। ਮੁਸੀ ਭਾਵ ਠੱਗੀ ਜਾਂਦੀ ਹੈ। ਪਾਤਸ਼ਾਹ ਜੀ ਆਖਣ ਲੱਗੇ ਕਿ ਮਨਮੁਖ ਹਉਮੈ ਕਰ ਮੁਸੀ, ਕਿ ਆਪਣੇ ਮਨ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਹਉ ਮੈਂ ਕਰਕੇ ਹੀ ਲੁੱਟੀ ਜਾਂਦੀ, ਕਿ ਹਮੇਸ਼ਾ ਮੈਂ ਕਰਦੇ ਰਹਿਣਾ, ਹਉਮੈ ਦੇ ਵਿੱਚ ਰਹਿਣਾ, ਮੇਰਾ ਮੇਰੀ ਕਰਦੇ ਰਹਿਣਾ ਜੀਵ ਦੇ ਵੱਲੋਂ। ਇਹਦੇ ਨਾਲ ਕੀ ਹੈ, ਉਹਦੀ ਸਵਾਸ ਰੂਪ ਜਿਹੜੀ ਪੂੰਜੀ ਹੈ ਉਹ ਖਤਮ ਹੁੰਦੀ ਜਾਂਦੀ ਹੈ। ਕਿਉਂਕਿ ਜੀਵਨ ਕਿਹੜਾ ਹੈ, ਜਿਹੜਾ ਉਸ ਮਾਲਕ ਦੀ ਯਾਦ ਵਿੱਚ ਬਤੀਤ ਹੋਏ। ਜੀਵਨ ਤਾਂ ਉਹੀ ਹੈ, ਬਾਕੀ ਤੇ ਕੀ ਹੈ, ਸਭ ਵਿਕਾਰੀ ਖੇਡ ਹੈ, ਵਿਅਰਥ ਸਮਾਂ ਹੈ। ਇਸ ਕਰਕੇ ਫਿਰ ਜਦੋਂ ਵਿਕਾਰ ਕਮਾਉਂਦਾ ਹੈ ਜੀਵ ਆਪਣੇ ਮਨ ਪਿੱਛੇ ਤੁਰ ਕੇ, ਤੇ ਫਿਰ ਉਹਦੀ ਸਵਾਸਾਂ ਦੀ ਪੂੰਜੀ ਉਹ ਠੱਗੀ ਜਾਂਦੀ ਹੈ, ਭਾਵ ਵਿਅਰਥ ਜਾਂਦੀ ਹੈ, ਅਤੇ ਨਾਮ ਧਨ ਅੰਦਰੋਂ ਫਿਰ ਲੁਟਾ ਲੈਂਦੀ ਹੈ। ਗੁਰੂ ਦੇ ਰਸਤੇ ਤੁਰਨ ਵਾਲੀ ਜਿਹੜੀ ਹੈ ਜੀਵ ਇਸਤਰੀ ਜੀਵ ਹੈ, ਉਹ ਇਹ ਧਨ ਹਾਸਲ ਕਰ ਲੈਂਦੀ, ਭਾਵ ਮਾਲਕ ਦਾ ਨਾਮ ਧਨ ਹੈ ਜਿਹੜਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ, ਜੋ ਗੁਰੂ ਦੇ ਦੱਸੇ ਸ਼ਬਦ ਹੁਕਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੀ ਹੈ। ਸਾਕਤ ਨਿਰਗੁਣ ਆਰਿਆ, ਆਪਣਾ ਮੂਲ ਪਛਾਣ। ਨਿਰਗੁਣ ਆਰਿਆ ਭਾਵ ਜਿਹਦੇ ਕੋਲ ਨਿਰਗੁਣ, ਜਿਹਦੇ ਕੋਲ ਕੋਈ ਗੁਣ ਨਾ ਹੋਏ। ਨਿਰਗੁਣ ਆਰਿਆ ਕੀ ਹੈ, ਸਾਕਤ ਨਿਰਗੁਣ, ਤੇਰੇ ਕੋਲ ਗੁਣ ਕੋਈ ਨਹੀਂ ਹੈ, ਤੂੰ ਗੁਣਹੀਣ ਹੈ। ਤੂੰ ਮਾਣ ਕਰਦਾ ਹੈ ਆਪਣੇ ਸਰੀਰ ਦਾ, ਪਰ ਆਪਣਾ ਅਸਲਾ ਤਾਂ ਪਛਾਣ, ਕਿ ਆਪਣਾ ਤੇਰਾ ਜਿਹੜਾ ਮੂਲ ਹੈ ਉਹਨੂੰ ਪਛਾਣਨਾ ਕਰ। ਜਿਵੇਂ ਪਾਤਸ਼ਾਹ ਜੀ ਰਹਿਮਤ ਕਰਦੇ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਜੋ ਉਸ ਮਾਲਕ ਦਾ ਜੋਤ ਰੂਪ ਤੂੰ ਅੰਸ਼ ਹੈ ਉਹਨੂੰ ਪਛਾਣਨਾ ਕਰ। ਤੂੰ ਆਪਣੇ ਅਸਲੇ ਨੂੰ ਪਛਾਣਦਾ ਹੀ ਨਹੀਂ, ਸਿਰਫ ਸਰੀਰ ਦੇ ਉੱਤੇ ਮਾਣ ਕਰੀ ਜਾ ਰਹੇ, ਸਿਰਫ ਵਿਕਾਰਾਂ ਕਰਕੇ ਹੀ ਤੂੰ ਜਿਹੜਾ ਹੈ ਮਾਣ ਕਰੀ ਜਾ ਰਿਹਾ ਹੈ, ਪਰ ਤੇਰੇ ਕੋਲ ਗੁਣ ਹੈ ਜਿਹੜਾ ਉਹ ਕੋਈ ਵੀ ਨਹੀਂ ਹੈ। ਰਕਤ ਬਿੰਦ ਕਾ ਇਹ ਤਨੋ,
ਅਗਨੀ ਪਾਸ ਪਿਰਾਣ। ਪਾਤਸ਼ਾਹ ਜੀ ਆਖਣ ਲੱਗੇ ਕਿ ਹੈ ਤੂੰ ਕੀ, ਕਿ ਇਹ ਸਰੀਰ ਮਾਂ ਦੀ ਲਹੂ ਤੇ ਪਿਤਾ ਤੇ ਬਿੰਦ ਤੋਂ ਬਣਿਆ, ਇਹ ਚੇਤੇ ਰੱਖ। ਇਸ ਤੋਂ ਬਿਨਾਂ ਤੇਰਾ ਸਰੀਰ ਹੋਂਦ ਵਿੱਚ ਨਹੀਂ ਆਉਂਦਾ, ਕਿ ਜਦੋਂ ਨਾਰੀ ਅਤੇ ਪੁਰਸ਼ ਹੈ ਜਿਹੜੇ ਉਹ ਆਪਸ ਵਿੱਚ ਮਿਲਦੇ ਹਨ ਤਾਂ ਹੀ ਤੇਰੀ ਹੋਂਦ ਹੈ। ਇਸ ਕਰਕੇ ਮਾਂ ਦੇ ਲਹੂ ਅਤੇ ਪਿਤਾ ਦੇ ਬਿੰਦ ਤੋਂ ਹੀ ਇਹ ਤੇਰਾ ਸਰੀਰ ਬਣਿਆ ਹੈ, ਇਸ ਨੂੰ ਚੇਤੇ ਰੱਖ, ਪਾਤਸ਼ਾਹ ਜੀ ਆਖਦੇ ਹਨ। ਅਤੇ ਆਖਰ ਇਸ ਨੇ ਅੱਗ ਵਿੱਚ ਪੈ ਜਾਣਾ ਹੈ, ਕਿ ਅਖੀਰ ਨੂੰ ਤੈਨੂੰ ਹੈ ਜਿਹੜਾ ਸਾੜ ਦਿੱਤਾ ਜਾਏਗਾ, ਡੋਬ ਜਾਂ ਪਾਣੀ ਵਿੱਚ ਰੋੜ ਦਿੱਤਾ ਜਾਏਗਾ ਜਾਂ ਦੱਬ ਦਿੱਤਾ ਜਾਏਗਾ। ਇਸ ਕਰਕੇ ਅਗਨੀ ਪਾਸ ਪਿਰਾਣ, ਤੇ ਇਹ ਪਿਰਾਣ ਹੈ ਜਿਹੜੇ ਭਾਵ ਕਿ ਇਹ ਯਾਦ ਤੂੰ, ਪਿਰਾਣ ਤੋਂ ਭਾਵ ਪਛਾਣ ਅਤੇ ਚੇਤੇ ਰੱਖ, ਕਿ ਇਹਨੂੰ ਚੇਤੇ ਰੱਖ ਕਿ ਤੇਰਾ ਵਜੂਦ ਕੀ ਹੈ। ਤੂੰ ਆਪਣੇ ਆਪ ਨੂੰ ਬਹੁਤ ਵੱਡਾ ਜਿਹੜਾ ਸਮਝਦਾ ਹੈ, ਪਰ ਆਪਣੀ ਪਛਾਣ ਰੱਖ ਕਿ ਤੂੰ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਹੈ ਤੇ ਆਖਰ ਕਿਸ ਤਰ੍ਹਾਂ ਤੂੰ ਇਸ ਸੰਸਾਰ ਤੋਂ, ਇਸ ਸਰੀਰ ਨੇ ਚਲੇ ਜਾਣਾ ਹੈ। ਪਵਣੈ ਕੈ ਵਸ ਦੇਹੁਰੀ, ਮਸਤਕ ਸੱਚ ਨਿਸ਼ਾਨ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਨਿਸ਼ਾਨ ਅਟੱਲ ਹੈ, ਕਿ ਇਹ ਸਰੀਰ ਸਵਾਸਾਂ ਦੇ ਅਧੀਨ ਹੈ ਅਤੇ ਹਰੇਕ ਸਰੀਰ ਦੇ ਜਿਹੜੇ ਗਿਣੇ ਮਿੱਥੇ ਸਵਾਸ ਨੇ, ਹਰੇਕ ਸਰੀਰ ਨੇ ਜਿਹੜੇ ਨੇ ਜੀਵ ਨੇ ਉਹ ਗਿਣੇ ਮਿੱਥੇ। ਪਵਨੈ ਕੇ ਵਸ ਦੇਹੁਰੀ, ਸਵਾਸਾਂ ਦੇ ਅਧੀਨ ਹੈ ਇਹ ਦੇਹੁਰੀ, ਇਹ ਦੇਹਰੀ, ਇਹ ਸਰੀਰ, ਕਿ ਜਦੋਂ ਸਵਾਸ ਚੱਲਣੋਂ ਬੰਦ ਹੋ ਜਾਣੇ ਨੇ ਉਦੋਂ ਫਿਰ ਇਹ ਦੇਹੀ ਜਿਹੜੀ ਹੈ ਉਹ ਮੂਵ ਕਰਨੋਂ, ਚੱਲਣੋਂ ਫਿਰਨੋਂ ਰੁਕ ਜਾਂਦੀ ਹੈ। ਭਾਵੇਂ ਕਿ ਇਸ ਦੇਹੀ ਦੇ ਅੰਗ ਪੈਰ ਆਦਿ ਜਿਹੜੇ ਨੇ ਕਿਸੇ ਦੂਸਰੇ ਸਰੀਰ ਵਿੱਚ ਤਾਂ ਪਾ ਕੇ ਚਲਾਏ ਜਾ ਸਕਦੇ ਆ ਕੁਝ ਸਮੇਂ ਦੇ ਅੰਦਰ ਅੰਦਰ, ਪਰ ਇਹ ਸਰੀਰ ਹੈ ਉਹ ਸਦਾ ਦੇ ਲਈ ਰੁਕ ਜਾਂਦਾ ਹੈ। ਮਸਤਕ ਸੱਚ ਨਿਸ਼ਾਨ, ਇਹ ਸਦਾ ਦੇ ਲਈ ਅਟੱਲ ਹੁਕਮ ਨਿਯਮ ਹੈ ਮਾਲਕ ਦਾ, ਕਿ ਸਭ ਜੀਵਾਂ ਨੇ, ਜਿਹੜੇ ਜੀਵ ਹੋਂਦ ਵਿੱਚ ਆਏ ਨੇ ਉਹਨਾਂ ਨੇ ਇੱਕ ਨਾ ਇੱਕ ਦਿਨ ਅਖੀਰ ਉਹਨਾਂ ਦੇ ਸਵਾਸ ਇਹ ਖਤਮ ਹੋਣੇ ਹਨ। ਬਹੁਤਾ ਜੀਵਨ ਮੰਗੀਐ, ਮੁਆ ਨਾ ਲੋੜੈ ਕੋਏ। ਪਾਤਸ਼ਾਹ ਜੀ ਆਖਣ ਲੱਗੇ ਲੰਮੀ ਲੰਮੀ ਉਮਰ ਮੰਗੀ ਦੀ ਹੈ। ਕੋਈ ਵੀ ਜਿਹੜਾ ਹੈ ਉਹ ਛੇਤੀ ਮਰਨਾ ਨਹੀਂ ਚਾਹੁੰਦਾ, ਕੋਈ ਵੀ ਛੇਤੀ ਜਿਹੜਾ ਹੈ ਇਸ ਸੰਸਾਰ ਤੋਂ ਜਾਣਾ ਨਹੀਂ ਚਾਹੁੰਦਾ, ਕਿ ਮੋਆ ਨਾ ਲੋੜੈ ਕੋਏ। ਹਮੇਸ਼ਾ ਲੰਮੀ ਉਮਰ ਹੀ ਆਖੀ ਦੀ, ਕਿ ਮਾਲਕਾ ਲੰਮੀ ਉਮਰ ਕਰੀ। ਕਦੇ ਇਹ ਵੀ ਆਖਿਆ ਕਿ ਮਾਲਕਾ ਛੇਤੀ ਮੌਤ ਨਹੀਂ, ਭਾਵ ਸਾਰੇ ਲੰਮੀ ਲੰਮੀ ਉਮਰ ਹੀ ਮੰਗਦੇ ਹਨ। ਸੁਖ ਜੀਵਨ ਤਿਸ ਆਖੀਐ, ਜਿਸ ਗੁਰਮੁਖ ਵਸਿਆ ਸੋਏ। ਪਾਤਸ਼ਾਹ ਜੀ ਆਖਣ ਲੱਗੇ ਲੰਮੀ ਉਮਰ ਦੇ ਨਾਲ ਕਦੇ ਵੀ ਸੁੱਖ ਨਹੀਂ ਮਿਲਦਾ, ਕਿ ਉਮਰ ਲੰਮੀ ਹੋ ਜਾਏਗੀ ਤੇ ਸੁਖੀ ਹੋਵਾਂਗੇ, ਐਸਾ ਨਹੀਂ। ਆਖਣ ਲੱਗੇ ਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਿਹਾ ਜਾ ਸਕਦਾ ਹੈ ਜਿਸ ਦੇ ਮਨ ਵਿੱਚ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਜਿਹੜਾ ਆ ਵਸਦਾ ਹੈ, ਜਿਸ ਦੇ ਮਨ ਵਿੱਚ ਗੁਰੂ ਦੇ ਸ਼ਬਦ ਰਾਹੀਂ ਉਹ ਮਾਲਕ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ। ਨਾਮ ਵਿਹੂਣੇ ਕਿਆ ਗਣੀ, ਜਿਸ ਹਰ ਗੁਰ ਦਰਸ਼ ਨ ਹੋਏ। ਨਾਲ ਹੀ ਹੁਣ ਗੁਰਮੁਖ ਬਾਰੇ ਦੱਸ ਦਿੱਤਾ ਹੈ ਕਿ ਜਿਹਦੇ ਮਨ ਦੇ ਵਿੱਚ ਉਹ ਮਾਲਕ ਵਸ ਗਿਆ, ਸੁਖੀ ਉਹੀ ਹੈ। ਅਤੇ ਨਾਲ ਪਾਤਸ਼ਾਹ ਜੀ ਆਖਣ ਲੱਗੇ ਕਿ ਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ, ਕਦੇ ਪਰਮਾਤਮਾ ਦਾ ਮਾਲਕ ਦਾ ਦੀਦਾਰ ਨਹੀਂ ਹੋਇਆ, ਭਾਵ ਜਿਹਨੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਜੋੜੀ ਨਹੀਂ, ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਮਨ ਵਿੱਚ ਵਸਾਇਆ ਹੀ ਨਹੀਂ,
ਉਸ ਪ੍ਰਭੂ ਨਾਮ ਤੋਂ ਸੱਖਣੇ ਮਨੁੱਖ ਨੂੰ ਮੈਂ ਜਿਉਂਦਾ ਜਿਹੜਾ ਉਹ ਕੀ ਸਮਝਾਂ। ਉਹ ਕੋਈ ਜੀਵਨ ਥੋੜ੍ਹੀ ਨਾ, ਉਹ ਤਾਂ ਮੁਰਦਿਆਂ ਵਰਗਾ ਜੀਵਨ ਹੈ ਜਿਹੜਾ ਉਹ ਬਤੀਤ ਕਰ ਰਿਹਾ ਹੈ। ਜਿਉ ਸੁਪਨੇ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ। ਨਿੰਦਰਾ ਤੋਂ ਭਾਵ ਨੀਂਦ ਵਿੱਚ। ਪਾਤਸ਼ਾਹ ਜੀ ਆਖਣ ਲੱਗੇ ਜਿਵੇਂ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿੱਚ ਕਈ ਚੀਜ਼ਾਂ ਵੇਖ ਕੇ ਭੁਲੇਖਾ ਖਾ ਜਾਈਦਾ, ਕਿ ਭੁਲੇਖਾ ਪੈ ਜਾਂਦਾ ਹੈ ਕਿ ਇਹੋ ਜਿਹਾ ਤਾਂ ਕੁਝ ਸੋਚਿਆ ਹੀ ਨਹੀਂ ਸੀ ਜੋ ਹੋ ਰਿਹਾ ਹੈ, ਕਿ ਜੋ ਕੁਝ ਵੇਖ ਰਹੇ ਹਾਂ ਇਹ ਸੱਚਮੁੱਚ ਠੀਕ ਹੈ। ਅਤੇ ਇਹ ਭੁਲੇਖਾ ਤਦ ਤੱਕ ਟਿਕਿਆ ਰਹਿੰਦਾ ਹੈ ਜਦੋਂ ਤੱਕ ਨੀਂਦ ਜਿਹੜੀ ਟਿਕੀ ਰਹਿੰਦੀ ਹੈ। ਭਾਵ ਮਨੁੱਖ ਜਦੋਂ ਤੱਕ ਸੁੱਤਾ ਰਹਿੰਦਾ ਹੈ, ਨੀਂਦ ਵਿੱਚ ਰਹਿੰਦਾ ਹੈ, ਉਦੋਂ ਤੱਕ ਉਹਨੂੰ ਕਈ ਵਾਰ ਜਿਹੜੇ ਨੇ ਕਈ ਤਰ੍ਹਾਂ ਦੇ ਚਿੱਤਰ ਜਿਹੜੇ ਉਹ ਵਿਖਾਈ ਦਿੰਦੇ ਹੈ, ਅਤੇ ਉਹ ਸੋਚਦਾ ਹੈ ਕਿ ਇਹ ਪਤਾ ਨਹੀਂ ਕੀ ਗੱਲ ਹੋ ਰਹੀ ਹੈ, ਸੱਚ ਹੈ ਜਾਂ ਝੂਠ ਹੈ, ਕਿ ਇਹਦੇ ਬਾਰੇ ਕੋਈ ਗਿਆਨ ਨਹੀਂ ਹੁੰਦਾ। ਪਰ ਉਹਨਾਂ ਸਮਾਂ ਉਹ ਇਹਦੇ ਵਿੱਚ ਰਹਿੰਦਾ ਹੈ, ਸੁਪਨੇ ਦੇ ਵਿੱਚ ਰਹਿੰਦਾ ਹੈ, ਕਿ ਉਹ ਐਸਾ ਵੀ ਹੋ ਸਕਦਾ ਹੈ ਕਿ ਉਹ ਕੋਈ ਹੱਡਬੀਤੀ ਵੀ ਹੋਵੇ, ਜਾਂ ਉਹਦੇ ਨਾਲ ਮਿਲਦਾ ਹੋਏ, ਜਾਂ ਆਉਣ ਵਾਲਾ ਕੋਈ ਵੀ ਐਸੀ ਜਿਹੜੀ ਨਵੀਂ ਦਿਮਾਗ ਜਿਹੜੇ ਚਿੱਤਰ ਵਿਖਾਉਂਦਾ ਹੈ ਉਹਨਾਂ ਦੇ ਵਿੱਚ ਜਾ ਕੇ ਚਲਾ ਜਾਂਦਾ ਹੈ। ਇੱਕ ਨਵੇਂ ਤਰ੍ਹਾਂ ਦਾ ਜਿਹੜਾ ਹੈ ਜੀਵਨ ਉਹ ਵਿਖਾਉਂਦਾ ਹੈ। ਪਰ ਇਹ ਓਨਾ ਸਮਾਂ ਹੀ ਸਤਿਗੁਰੂ ਜੀ ਆਖਣ ਲੱਗੇ ਰਹਿੰਦਾ ਜਿੰਨਾ ਚਿਰ ਮਨੁੱਖ ਸੁੱਤਾ ਰਹਿੰਦਾ ਹੈ, ਜਿੰਨਾ ਚਿਰ ਨੀਂਦ ਦੇ ਵਿੱਚ ਜਿਹੜਾ ਉਹ ਰਹਿੰਦਾ ਹੈ। ਇਉਂ ਸਰਪਨ ਕਹਿ ਵਸ ਜੀਅੜਾ ਅੰਤਰ ਹਉਮੈ ਦੋਏ। ਇੱਥੇ ਸਰਪਣ ਸ਼ਬਦ ਵਰਤਿਆ ਹੈ। ਸਰਪਣ ਸਿਆਰੀ, ਨੰਨੇ ਨੂੰ ਸਿਆਰੀ ਹੈ, ਇਹਦਾ ਕੀ ਅਰਥ ਹੋਏਗਾ ਜੀ? ਹਾਂਜੀ, ਜਿਹੜੇ ਕਹਿੰਦੇ ਆ ਕਿ ਸੱਪ ਹੈ, ਹਾਂਜੀ ਉਹ ਤਾਂ ਗੱਲ ਵੱਖਰੀ ਹੈ, ਪਰ ਸਰਪਣ ਦਾ ਅਰਥ ਪੁੱਛਿਆ ਮੈਂ ਇਕੱਲਾ। ਸਪਣੀ, ਸੱਪ ਨਹੀਂ, ਸੱਪ ਉਦੋਂ ਹੋਣਾ ਸੀਗਾ ਜਦੋਂ ਔਂਕੜ ਨਾਲ ਆ ਜਾਂਦਾ, ਪਰ ਇੱਥੇ ਸਿਆਰੀ ਹੈ, ਇਸਤਰੀ ਲਿੰਗ ਹੈ ਸ਼ਬਦ, ਇਸ ਕਰਕੇ ਇਹਦਾ ਅਰਥ ਹੈ ਸਪਣੀ। ਪਾਤਸ਼ਾਹ ਜੀ ਆਖਣ ਲੱਗੇ ਇਸੇ ਤਰ੍ਹਾਂ ਫਿਰ ਇਹ ਕਮਜ਼ੋਰ ਜੀਵ ਜਿਹੜਾ ਹੈ ਮਾਇਆ ਸਪਣੀ ਦੇ ਵੱਸ ਵਿੱਚ ਉਦੋਂ ਤੱਕ ਹੈ ਜਦੋਂ ਤੱਕ ਇਹਦੇ ਅੰਦਰ ਹਉਮੈ ਅਤੇ ਮੇਰ ਤੇਰ ਬਣੀ ਰਹਿੰਦੀ ਹੈ, ਜਦੋਂ ਤੱਕ ਇਹ ਵਿਕਾਰਾਂ ਦੇ ਵਿੱਚ ਜਿਹੜਾ ਉਹ ਫਸਿਆ ਰਹਿੰਦਾ ਹੈ। ਸਰਪਣ ਕੈ ਵਸ ਜੀੜਾ ਅੰਤਰ ਹਉਮੈ ਦੋਏ, ਜਦੋਂ ਤੱਕ ਅੰਦਰ ਫਿਰ ਮੇਰ ਤੇਰ, ਦੋਏ ਤੋਂ ਭਾਵ ਮੇਰਾ ਅਤੇ ਤੇਰਾ ਅਤੇ ਹਉਮੈ ਜਿਹੜੀ ਬਣੀ ਰਹਿੰਦੀ ਓਨਾ ਸਮਾਂ ਕਿ ਇਸ ਹਉਮੈ ਅਤੇ ਮੇਰ ਤੇਰ ਨੂੰ ਇਹੀ ਸਹੀ ਜੀਵਨ ਸਮਝਦਾ ਜਿਹੜਾ ਮਨਮੁਖ ਹੈ, ਜਿਹੜਾ ਵਿਕਾਰਾਂ ਦੇ ਅਧੀਨ ਹੈ। ਗੁਰਮਤਿ ਹੋਏ ਵਿਚਾਰੀਐ ਸੁਪਨਾ ਇਹ ਜਗ ਲੋਏ। ਪਾਤਸ਼ਾਹ ਜੀ ਆਖਣ ਲੱਗੇ ਫਿਰ ਇਹ ਸਮਝ ਕਦੋਂ ਪੈਂਦੀ ਹੈ ਕਿ ਇਹ ਸੁਪਨਾ ਹੀ ਹੈ? ਉਦੋਂ ਪਤਾ ਲੱਗਦਾ ਨਾ ਕਿ ਜਦੋਂ ਆਮ ਸਾਨੂੰ ਰਾਤ ਨੂੰ ਸੁੱਤਿਆਂ ਹੋਇਆਂ ਸੁਪਨਾ ਆਉਂਦਾ। ਸੁੱਤੇ ਹੋਏ ਸਾਨੂੰ ਨਹੀਂ ਪਤਾ ਹੁੰਦਾ ਕਿ ਇਹ ਸੁਪਨਾ ਹੈ, ਪਰ ਜਦੋਂ ਅਸੀਂ ਨੀਂਦ ਵਿੱਚੋਂ ਜਾਗ ਜਾਂਦੇ ਹਾਂ ਉਦੋਂ ਪਤਾ ਲੱਗਦਾ ਹੈ ਕਿ ਇਹ ਤਾਂ ਸੁਪਨਾ ਹੀ ਸੀ। ਐਵੇਂ ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰੇ ਹਾਂ, ਰਾਤ ਕੀ ਕੀ ਦੇਖਦੇ ਰਹੇ ਹਾਂ, ਇਹ ਤਾਂ ਸੁਪਨਾ ਹੀ ਸੀ, ਇਹ ਤਾਂ ਸੱਚ ਹੈ ਹੀ ਨਹੀਂ ਸੀ। ਐਵੇਂ ਇਹਦੇ ਵਿੱਚ ਦੁੱਖ ਸੁੱਖ ਭੋਗਦੇ ਰਹੇ ਹਾਂ। ਇਸੇ ਤਰ੍ਹਾਂ ਫਿਰ ਪਾਤਸ਼ਾਹ ਜੀ ਆਖਦੇ ਹਨ ਕਿ ਗੁਰਮਤਿ ਹੋਏ ਵਿਚਾਰੀਐ, ਕਿ ਜਦੋਂ ਗੁਰੂ ਦੀ ਮੱਤ ਪ੍ਰਾਪਤ ਹੋਵੇ ਤਾਂ ਫਿਰ ਇਹ ਸਮਝ ਪੈ ਜਾਂਦੀ ਹੈ, ਇਹ ਵਿਚਾਰ ਪਤਾ ਲੱਗ ਜਾਂਦਾ ਹੈ ਕਿ ਇਹ ਜਗਤ ਦਾ ਜਿਹੜਾ ਮੋਹ ਹੈ, ਇਹ ਦੁਨੀਆ ਵਾਲੀ ਮੇਰ ਤੇਰ ਨਿਰਾ ਸੁਪਨਾ ਹੀ ਹੈ, ਕਿ ਸੁਪਨੇ ਦੀ ਤਰ੍ਹਾਂ ਹੀ ਹੈ। ਬਸ ਐਵੇਂ ਮਨੁੱਖ ਜੀ ਜ਼ਰੂਰ ਰਿਹਾ ਵਿਕਾਰਾਂ ਦੇ ਅਧੀਨ ਹੋ ਕਰਕੇ, ਪਰ ਇਹ ਜਿਵੇਂ ਕੋਈ ਮਨੁੱਖ ਸੁਪਨੇ ਦੇ ਵਿੱਚ ਸੁੱਖ ਪ੍ਰਾਪਤ ਕਰਦਾ ਹੈ ਜਾਂ ਕੋਈ ਆਨੰਦ ਲੈਂਦਾ, ਉਸੇ ਤਰ੍ਹਾਂ ਹੀ ਹੈ। ਬਸ ਬੜਾ ਪਲ ਭਰ ਦੇ ਲਈ ਇਹ ਥੋੜ੍ਹਾ ਜਿਹਾ ਦੱਸਦੀ ਹੈ ਕਿ ਸੁਖੀ ਹੈ, ਬਾਅਦ ਦੇ ਵਿੱਚ ਫਿਰ ਕੀ ਹੈ, ਇਹ ਦੁੱਖ ਦਾ ਰੂਪ ਕਿਹੜਾ? ਮਾਲਕ ਦੀ ਯਾਦ ਤੋਂ ਦੂਰ ਹੋਣ ਦੀ ਸਜ਼ਾ
ਤੇ ਦੁੱਖ ਜਿਹੜਾ ਉਹ ਲੰਬੇ ਰਾਹ ਭੁਗਤਣਾ ਪੈਂਦਾ ਹੈ। ਅਗਨ ਮਰੈ ਜਲ ਪਾਈਐ, ਜਿਉ ਬਾਰਿਕ ਦੁਧੈ ਮਾਏ। ਪਾਤਸ਼ਾਹ ਜੀ ਆਖਣ ਲੱਗੇ ਹਨ, ਅਗਨ ਮਰੈ ਜਲ ਪਾਈਐ। ਜਿਵੇਂ ਬਾਲਕ ਦੀ ਅੱਗ ਹੈ, ਪੇਟ ਦੀ ਅੱਗ ਹੈ, ਭੁੱਖ ਹੈ। ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ ਕਿ ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ, ਉਦੋਂ ਭਾਵੇਂ ਬੱਚਾ ਛੋਟਾ ਹੋਏ, ਉਹਨੂੰ ਹੋਰ ਕੋਈ ਚੰਗੀ ਚੀਜ਼ ਨਹੀਂ ਲੱਗਦੀ, ਨਾ ਕੋਈ ਖਿਡੌਣਾ ਨਾ ਕੋਈ ਕੁਝ। ਉਹ ਇੱਕੋ ਹੀ ਗੱਲ ਆਖਦਾ ਹੈ ਕਿ ਮਾਂ ਮੈਨੂੰ ਦੁੱਧ ਦੇ, ਮੇਰੀ ਤਾਂ ਪੇਟ ਦੀ ਅੱਗ ਹੈ, ਭੁੱਖ ਹੈ। ਉਹ ਤਾਂ ਹੀ ਸ਼ਾਂਤ ਹੁੰਦੀ ਹੈ ਕਿ ਮਾਂ ਦਾ ਜਦੋਂ ਦੁੱਧ ਪੀਂਦਾ ਹੈ ਬੱਚਾ, ਉਦੋਂ ਉਹਦੀ ਭੁੱਖ ਜਿਹੜੀ ਹੈ ਉਹ ਸ਼ਾਂਤ ਹੋ ਜਾਂਦੀ ਹੈ। ਸਤਿਗੁਰੂ ਜੀ ਆਖਣ ਲੱਗੇ, ਇਸੇ ਤਰ੍ਹਾਂ ਹੀ ਜਿਹੜੀ ਹੈ ਇਹ ਤ੍ਰਿਸ਼ਨਾ ਹੈ। ਤ੍ਰਿਸ਼ਨਾ ਦੀ ਅੱਗ ਉਦੋਂ ਬੁਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾ ਦਈਦਾ ਹੈ। ਜਦੋਂ ਮਾਲਕ ਦੇ ਨਾਮ ਰੂਪ ਅੰਮ੍ਰਿਤ ਨੂੰ, ਨਾਮ ਰੂਪ ਜਲ ਨੂੰ ਇਸ ਤ੍ਰਿਸ਼ਨਾ ਦੀ ਅੱਗ 'ਤੇ ਪਾਈਦਾ ਹੈ, ਉਦੋਂ ਹੀ ਇਹ ਅੱਗ ਜਿਹੜੀ ਬੁਝਦੀ ਹੈ। ਅਗਨ ਮਰੈ ਜਲ ਪਾਈਐ, ਬਿਨ ਜਲ ਕਮਲ ਸੋ ਨਾ ਥੀਐ, ਬਿਨ ਜਲ ਮੀਨ ਮਰਾਏ। ਆਖਣ ਲੱਗੇ, ਪਾਣੀ ਤੋਂ ਬਿਨਾਂ ਕੌਲ ਫੁੱਲ ਨਹੀਂ ਰਹਿ ਸਕਦਾ। ਕਿ ਕੌਲ ਫੁੱਲ ਹੈ, ਉਹਦੀਆਂ ਜੜ੍ਹਾਂ ਪਾਣੀ ਵਿੱਚ ਹੀ ਹੁੰਦੀਆਂ ਨੇ। ਪਾਣੀ ਤੋਂ ਬਿਨਾਂ ਉਹ ਸੁੱਕ ਜਾਂਦਾ, ਸੜ ਜਾਂਦਾ। ਅਤੇ ਪਾਣੀ ਤੋਂ ਬਿਨਾਂ ਮੱਛੀ ਹੈ ਜਿਹੜੀ, ਬਿਨ ਜਲ ਮੀਨ ਮਰਾਏ। ਮੀਨ ਤੋਂ ਭਾਵ ਮੱਛੀ, ਕਿ ਮੱਛੀ ਜਿਹੜੀ ਉਹ ਮਰ ਜਾਂਦੀ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖਣ ਲੱਗੇ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਮਾਲਕ ਦੇ ਨਾਮ ਤੋਂ ਬਿਨਾਂ ਜਿਉ ਨਹੀਂ ਸਕਦਾ। ਉਸ ਦਾ ਆਤਮਿਕ ਜੀਵਨ ਉਦੋਂ ਹੀ ਪ੍ਰਫੁੱਲਤ ਹੁੰਦਾ ਹੈ ਜਦੋਂ ਉਹ ਮਾਲਕ ਦੇ ਨਾਲ ਜੁੜਦਾ ਹੈ। ਨਾਨਕ ਗੁਰਮੁਖ ਹਰ ਰਸ ਮਿਲੈ, ਜੀਵਾਂ ਹਰ ਗੁਣ ਗਾਏ। ਪਾਤਸ਼ਾਹ ਜੀ ਆਖਦੇ ਨੇ ਕਿ ਫਿਰ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ, ਨਾਮ ਜਲ, ਮਾਲਕ ਦਾ ਨਾਮ ਜਲ ਜਿਹੜਾ ਪ੍ਰਾਪਤ ਕਰਦਾ ਹੈ, ਉਹ ਉਦੋਂ ਹੀ ਜਿਉ ਸਕਦਾ ਹੈ, ਉਦੋਂ ਹੀ ਉਹਦਾ ਆਤਮਿਕ ਜੀਵਨ ਜਿਹੜਾ ਪ੍ਰਫੁੱਲਤ ਹੁੰਦਾ ਹੈ ਜਦੋਂ ਉਹ ਪ੍ਰਮਾਤਮਾ ਦੇ ਨਾਮ ਰਸ ਵਿੱਚ ਜੁੜਦਾ ਹੈ, ਮਾਲਕ ਦੀ ਯਾਦ ਵਿੱਚ ਇਕਮਿਕ ਹੁੰਦਾ ਹੈ। ਹੇ ਨਾਨਕ, ਮਾਲਕ ਦੇ ਦਰ 'ਤੇ ਅਰਦਾਸ ਕਰ ਤੇ ਆਖ, ਹੇ ਪ੍ਰਭੂ ਮਿਹਰ ਕਰ, ਮੈਂ ਤੇਰੇ ਗੁਣ ਗਾ ਕੇ ਆਤਮਿਕ ਜੀਵਨ ਹੈ ਜਿਹੜਾ ਉਹ ਜੀਵਾਂ। ਜੀਵਾਂ ਹਰ ਗੁਣ ਗਾਏ, ਜੀਵਾਂ ਤੋਂ ਭਾਵ ਆਤਮਿਕ ਜੀਵਨ, ਕਿ ਮੇਰਾ ਆਤਮਿਕ ਜੀਵਨ ਮੈਨੂੰ ਪ੍ਰਾਪਤ ਹੋ ਜਾਵੇ। ਜਦੋਂ ਵੀ ਮੈਂ ਤੇਰੇ ਗੁਣ ਗਾਵਾਂ, ਤੇਰੀ ਯਾਦ ਮੇਰੇ ਹਿਰਦੇ ਅੰਦਰ ਟਿਕੀ ਰਹੇ। ਸਤਿਗੁਰੂ ਜੀ ਰਹਿਮਤ ਕਰਨ ਕਿ ਅਸੀਂ ਵੀ ਇਹ ਸੁਪਨੇ ਵਰਗੇ ਦੁਨੀਆ ਨੂੰ ਛੱਡ ਕਰਕੇ ਗੁਰੂ ਦੇ ਸ਼ਬਦ ਰਾਹੀਂ ਜਿਹੜਾ ਹੈ ਉਹ ਮਾਲਕ ਦੇ ਚਰਨਾਂ ਨਾਲ, ਮਾਲਕ ਦੇ ਨਾਲ ਜਿਹੜਾ ਹੈ ਜੁੜਨਾ ਕਰੀਏ। ਗੁਰੂ ਦੇ ਦੱਸੇ ਅਨੁਸਾਰ ਹੀ ਜੀਵਨ ਦੀ ਕਿਰਤਕਾਰ ਕਰੀਏ। ਸੋ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।